मैं किधरे नहीं जाना पुत्र, मैं किधरे नहीं जाना। मैं जावांगी तो सीधे रब दे कोल जावांगी। हाय मेरे रब्बा, मैं की करे लागी से मेनू माफ कर दे मेरे रब्बा, मेनू माफ कर दे मेरे रब्बा। हाय मेरे रब्बा, हाय मेरे रब्बा। क्या बात है। हाय मेरे रब्बा, इंज नहीं करीदा पुत्र, आ तो प्रसादा। ना साफ साफ सुनो, जब तक बुढ़िया जिंदा है हवेली पर तुम्हारा कब्जा नहीं हो सकता, और बुढ़िया से निपट नहीं सकते। हम ही लोग उसे ठिकाने लगा सकते हैं, लेकिन वो भी अब आसान नहीं है, क्योंकि जो काम पहले मुफ्त हो जाया करता था तो उसके अब पैसे पड़ने लगे हैं। 4000 लगेंगे। अपने अब्बा से कहो 4000 रुपये के लालच में कहीं लाखों की हवेली हाथ से न निकल जाए। जाओ और सुनो, कल सुबह 10 बजे तक हमें जवाब मिल जाना चाहिए। आते हैं मौलाना। इस्लाम यही कहता है, इस्लाम की यही तालीम है कि हम सब एक हिंदू बुढ़िया के पीछे राम नाम सब करें। पढ़िया भी है ਤੇ ਮੇਰੇ ਮਨ ਵਿੱਚ ਇੱਕ ਇੱਛਾ ਸੀ ਕਿ ਇਹ ਜਿਹੜਾ ਸ਼ਹਿਰ ਹੈਗਾ ਜਿੱਥੇ ਕਿ ਬੜਾ ਦੁੱਖ ਹੁੰਦਾ ਹੈ ਕਹਿਣ ਲੱਗਿਆ ਕਿ ਇੱਕ ਵੀ ਰੰਗਮੰਚ ਐਸਾ ਕੋਈ ਐਸੋਸੀਏਸ਼ਨ ਨਹੀਂ ਹੈ, ਔਰ ਦੂਸਰੀ ਗੱਲ ਲਾਇਬ੍ਰੇਰੀਆਂ ਨਹੀਂ ਹੈਗੀਆਂ। ਨਵੀਂ ਪੀੜ੍ਹੀ ਕੇਵਲ ਸੋਸ਼ਲ ਮੀਡੀਆ ਨਾਲ ਜੁੜੀ ਹੈ। मैं इस प्ले के लिए बस एक ही चीज़ कहना चाहूँगी कि रूह को छू देने वाला। मैं इससे अच्छे शब्द में कुछ और नहीं कह सकती हूँ, क्योंकि जब बात बात में बीच बीच में सभी लोगों की आंखें नम थी और सभी के मुझे लगता है कि रोंगटे खड़े कर दिए। और ये चीज़ वही लोग करा सकते हैं जिनको कला की कदर हो, कलाकारों की पहचान हो। और मेरे इन लॉज लाहौर के थे, मैंने ये सारी बातें तो सुनी हुई थी, लेकिन आज मैं अपनी सास को याद कर रही थी। वो जिस तरह से वर्णन करती थी कि कितना प्यार था, और ये सियासी मुद्दों ने उसको हमें दूर कर दिया। हमें तो कोई फ़र्क ही नहीं था हिंदू और मुस्लिम, और ये एकता बनी रहनी चाहिए। आज भी उन दिलों में था, वो आज हमें दिल छू गया। ਪ੍ਰਦੇਸ਼ ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ JPS ਦੇ ਵਿੱਚ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਬਹੁਤ ਸੋਹਣਾ ਇੱਕ कार्यक्रम पेश किया गया, थिएटर पेश किया गया। मशीनी युग तो सोशल मीडिया की दुनिया तो बाहर आके ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਉਹ ਇੱਥੇ ਅਸੀਂ ਜਦੋਂ ਅਸੀਂ ਮਹਿਸੂਸ ਕੀਤਾ, ਜਦੋਂ ਅਸੀਂ ਜਿਨ੍ਹਾਂ ਨੇ ਦੇਖਿਆ ਥੀਏਟਰ ਉਸ ਦੀ ਉਹਨਾਂ ਦੀ ਫੀਲਿੰਗ ਅਸੀਂ ਜਦੋਂ ਲਈ ਕੋਸ਼ਿਸ਼ ਕੀਤੀ ਹੈ, ਤਾਂ ਉਹ ਕਹਿੰਦੇ ਆ ਕਿ ਸਾਨੂੰ ਰੋਣਾ ਆ ਗਿਆ ਕਿ ਪਿਛਲੇ ਅਸੀਂ ਦੁਨੀਆ ਵਿੱਚ ਚਲੇ ਗਏ, ਕਿਵੇਂ ਆਖਰ ਸਾਡੇ ਬਜ਼ੁਰਗਾਂ ਨੇ ਉਹ ਦੌਰ ਦੇਖਿਆ ਤੇ ਆਪਣੇ ਪਿੰਡੇ 'ਤੇ ਹੰਡਾਇਆ। ਉਹ ਇੱਥੇ ਦੇਖ ਕੇ ਉਹਨਾਂ ਨੂੰ ਐਸਾ ਮਹਿਸੂਸ ਹੋਇਆ ਕਿ ਇਹਦੇ ਸਾਨੂੰ ਦੇਖ ਕੇ ਇੰਨਾ ਜ਼ਿਆਦਾ ਅਸੀਂ ਭਾਵੁਕ ਹੋ ਰਹੇ ਹਾਂ, ਅਤੇ ਜਿਨ੍ਹਾਂ ਦੇ ਉੱਤੇ ਇਹ ਪੀੜਾ ਆਈ ਹੋਣੀ ਹੈ ਉਹਨਾਂ ਨੇ ਕਿਵੇਂ ਇਸ ਚੀਜ਼ ਨੂੰ ਹੰਡਾਇਆ ਹੋਣਾ। ਸੋ ਸਰਜੀਵ ਕੀਤਾ ਜਿਸ ਥੀਏਟਰ ਦੇ ਦੁਆਰਾ ਮੇਰੇ ਨਾਲ ਮੌਜੂਦ ਨੇ ਰਾਮ ਸਿੰਘ ਜੀ, ਜਿਨ੍ਹਾਂ ਦਾ ਨਵਾਂ ਥੀਏਟਰ ਹੈ, ਅਤੇ ਰਾਹੁਲ ਜਾਧਵ ਜੀ, ਜਿਨ੍ਹਾਂ ਨੇ ਇੱਕ ਦਾਦੀ ਦਾ ਰੋਲ ਪਲੇ ਕੀਤਾ ਜਿਹੜੀ ਲਾਹੌਰ ਦੇ ਵਿੱਚ ਰਹਿ ਗਈ ਸੀ ਇੰਡੋ ਪਾਕ ਬਟਵਾਰੇ ਦੇ ਦੌਰਾਨ। ਸੁਰਜੀਤ ਗਰੋਵਰ ਸਰ ਮੌਜੂਦ ਨੇ ਜਿਹੜਾ ਹਮੇਸ਼ਾ ਹੀ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਆਪ ਵੀ ਇੱਕ ਮੰਝੇ ਹੋਏ ਕਲਾਕਾਰ ਰਹੇ ਨੇ। ਸੋ ਸਭ ਤੋਂ ਪਹਿਲਾਂ ਤਾਂ ਗਰੋਵਰ ਸਾਹਿਬ ਦਾ ਸਵਾਗਤ ਕਰਦੇ ਹਾਂ, ਅਤੇ ਫਿਰ ਜਿਹੜੇ ਕਲਾਕਾਰ ਨੇ ਜਿਨ੍ਹਾਂ ਨੇ ਥੀਏਟਰ ਕੀਤਾ ਹੈ ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ। ਗਰੋਵਰ ਸਰ, ਮੈਂ ਦੇਖ ਰਿਹਾ ਸੀ
ਕਿਤੇ ਨਾ ਕਿਤੇ ਮਕਸਦ ਤੁਹਾਡਾ ਜੇ ਬਹੁਤ ਵੱਡਾ ਸਫਲ ਹੋਇਆ। ਅਸੀਂ ਜਦੋਂ ਫੀਡਬੈਕ ਲਿਆ ਤੇ ਉਹਨਾਂ ਨੇ ਜੋ ਤਾਰੀਫ ਕੀਤੀ ਹੈ ਉਹਦੇ ਸ਼ਬਦ ਬਿਆਨ ਨਹੀਂ ਸੁਣਨ ਦੇ। ਚਾਵਲਾ ਸਾਹਿਬ, ਸਭ ਤੋਂ ਪਹਿਲੇ ਤਾਂ ਧੰਨਵਾਦ ਕਿ ਤੁਸੀਂ ਸਿੱਖ ਸੰਗਤ ਨੂੰ ਦਰਸ਼ਕਾਂ ਨੂੰ ਸਭ ਕੁਝ ਦਿਖਾ ਰਹੇ ਹੋ। ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੈਗਾ ਕਿ ਅਸੀਂ ਕੰਕਰੀਟ ਦੇ ਜੰਗਲਾਂ ਵਿੱਚ ਰਹਿ ਰਹੇ ਹਾਂ। ਅਸੀਂ ਰੋਬੋਟ ਬਣਦੇ ਜਾ ਰਹੇ ਹਾਂ, ਮਸ਼ੀਨ ਬਣਦੇ ਜਾ ਰਹੇ ਹਾਂ। ਸਾਡੇ ਅੰਦਰ ਭਾਵਨਾਵਾਂ ਖਤਮ ਹੋ ਰਹੀਆਂ ਨੇ, ਸਹਾਨੁਭੂਤੀ ਖਤਮ ਹੋ ਰਹੀ ਹੈ। ਔਰ ਇਹ ਨਾਟਕ ਦੇ ਬਾਰੇ ਮੈਂ ਬਹੁਤ ਕੁਝ ਸੁਣਿਆ ਹੈ, ਅਸੀਂ ਪੜ੍ਹਿਆ ਵੀ ਹੈ। ਅਤੇ ਮੇਰੇ ਮਨ ਵਿੱਚ ਇੱਕ ਇੱਛਾ ਸੀ ਕਿ ਇਹ ਜਿਹੜਾ ਸ਼ਹਿਰ ਹੈਗਾ ਜਿੱਥੇ ਕਿ ਬੜਾ ਦੁੱਖ ਹੁੰਦਾ ਹੈ ਕਹਿਣ ਲੱਗਿਆ ਕਿ ਇੱਕ ਵੀ ਰੰਗਮੰਚ ਐਸਾ ਕੋਈ ਐਸੋਸੀਏਸ਼ਨ ਨਹੀਂ ਹੈ। ਔਰ ਦੂਸਰੀ ਗੱਲ, ਲਾਇਬ੍ਰੇਰੀਆਂ ਨਹੀਂ ਹੈਗੀਆਂ। ਨਵੀਂ ਪੀੜ੍ਹੀ ਕੇਵਲ ਸੋਸ਼ਲ ਮੀਡੀਆ ਨਾਲ ਜੁੜੀ ਹੈ। ਇਹ ਜ਼ਰੂਰੀ ਹੈ ਕਿ ਅਗਰ ਉਹਦਾ ਸ਼ਹਿਰ ਦਾ ਮਾਹੌਲ ਚੇਂਜ ਕਰਨਾ ਹੈ ਤੇ ਕਿਤੇ ਨਾ ਕਿਤੇ ਸਾਨੂੰ ਇਨੀਸ਼ੀਏਟਿਵ ਲੈਣਾ ਪਏਗਾ, ਖਾਲੀ ਗੱਲਾਂ ਕਰਨ ਨਾਲ ਕੰਮ ਨਹੀਂ ਹੋਏਗਾ। ਅਤੇ ਤਾਂ ਵਾਸਤੇ ਜਦੋਂ ਇਸਪਿਕ ਮੈਕੇ ਵਾਲਿਆਂ ਨੇ ਮੈਨੂੰ ਅਪਰੋਚ ਕੀਤਾ ਅਤੇ ਮੈਂ ਉਹਨੂੰ ਸਹਿਰਸ਼ ਸਵੀਕਾਰ ਕੀਤਾ। ਔਰ ਮੈਨੂੰ ਇਹ ਪਤਾ ਸੀ ਕਿ ਇਹ ਜਿਹੜਾ ਬੱਚਿਆਂ ਦੇ ਉੱਤੇ ਬਹੁਤ ਅੱਛਾ ਅਸਰ ਪਏਗਾ। ਅਸੀਂ ਅੱਜ ਇੱਕ ਛੋਟਾ ਜਿਹਾ ਬੀਜ ਬੋਇਆ ਹੈ, ਕੱਲ੍ਹ ਨੂੰ ਉਹੀ ਪੇੜ ਬਣ ਜਾਏਗਾ। ਔਰ ਇਹੀ ਬੱਚਿਆਂ ਦੇ ਅੰਦਰ ਜਿਹੜੀਆਂ ਅੱਜ ਕਈਆਂ ਦੀ ਆਤਮਾ ਜਿਚਕੋਰੀ ਗਈ, ਕਈਆਂ ਨੂੰ ਇਹ ਮੈਂ ਆਪ ਦੇਖ ਰਿਹਾ ਕਈਆਂ ਦੀ ਅੱਖਾਂ ਨਮ ਹੋ ਗਈਆਂ ਸੀ। ਕਈਆਂ ਜਦੋਂ ਵਾਰ-ਵਾਰ ਜਦੋਂ ਇਮੋਸ਼ਨਲ ਜਿਹੇ ਸੀਨ ਹੁੰਦੇ ਸੀ ਤੇ ਉਹ ਰੋਕ ਨਹੀਂ ਪਾ ਰਹੇ ਸੀ ਆਪਣੇ। ਅਸੀਂ ਅੱਜ ਦੀ ਆਪਣੀ ਫੈਸਿਲਿਟੀਜ਼ ਨੂੰ ਦੇਖ ਰਹੇ ਹਾਂ। ਨਵੀਂ ਪੀੜ੍ਹੀ ਨੂੰ ਸੁੱਖ ਸੁਵਿਧਾ ਵਿੱਚ ਪੈਦਾ ਹੋਈ ਹੈ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਬਜ਼ੁਰਗ ਕਿੱਥੋਂ ਆਏ, ਪਿਛੋਕੜ ਸਾਡਾ ਕੀ ਹੈ, ਕਿਵੇਂ ਸਟਰਗਲ ਕਰਕੇ ਆਏ, ਕਿਵੇਂ ਖਾਲੀ ਹੱਥ ਆਏ ਔਰ ਕਿਵੇਂ ਇਸ ਸ਼ਹਿਰ ਨੂੰ ਵੀ ਵਸਾਇਆ। ਅਤੇ ਇਹ ਚੀਜ਼ ਦਾ ਇੱਕ ਮੈਸੇਜ ਅਸੀਂ ਦੇਣਾ ਚਾਹੁੰਦੇ ਸੀ। ਅਤੇ ਇਹ ਨਿਊ ਥੀਏਟਰ ਵਾਲਿਆਂ ਨੂੰ ਰਾਮਚੰਦ ਸਿੰਘ ਜੀ ਹੈਗੇ ਨੇ, ਰਾਹੁਲ ਯਾਦਵ ਜੀ ਹੈਗੇ ਨੇ, ਮੈਂ ਜਿੰਨਾ ਧੰਨਵਾਦ ਕਰਾਂ ਘੱਟ ਹੈ। ਮੈਨੂੰ ਅੱਜ ਪੁਰਾਣੇ ਦਿਨ ਆਪਣੇ ਯਾਦ ਆ ਗਏ। ਔਰ ਵਾਕਈ ਵਿੱਚ ਹੀ ਮੈਂ ਕਈ ਵਾਰੀ ਆਪਣੀਆਂ ਅੱਖਾਂ ਪੂੰਝੀਆਂ ਨੇ ਕਿ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਵਾਸਤਵ ਵਿੱਚ ਇਹ ਘਟਨਾ ਮੇਰੇ ਸਾਹਮਣੇ ਚੱਲ ਰਹੀ ਹੈਗੀ ਹੈ। ਬਿਲਕੁਲ ਜੀ। ਅਸੀਂ ਆਉਂਦੇ ਹਾਂ ਕਿ ਤੁਹਾਡਾ ਨਾਂ ਕੀ ਦੱਸਿਆ ਸੀ, ਮੈਂ ਸ਼ਾਇਦ ਭੁੱਲ ਗਿਆ। ਰਾਮਚੰਦਰ ਸਿੰਘ ਜੀ, ਜਿਨ੍ਹਾਂ ਨੇ ਇਹਦੇ 'ਚ ਇੱਕ ਵਿਲੇਨ ਦਾ ਕਿਰਦਾਰ ਨਿਭਾਇਆ ਤੇ ਸਿਰਜੀਵ ਕਰ ਦਿੱਤਾ ਹੈ। ਉਹ ਮੁਸਲਿਮ ਕਰੈਕਟਰ ਸੀ। ਸਾਰੇ ਲੋਕ ਇਹ ਸੋਚ ਰਹੇ ਸੀ ਕਿ ਇਹ ਮੁਸਲਿਮ ਹੋਣੇ ਆ, ਲੇਕਿਨ ਜਦੋਂ ਬਾਅਦ ਨੂੰ ਇਹਨਾਂ ਨੇ ਨਾਂ ਦੱਸਿਆ ਰਾਮਚੰਦਰ ਸਿੰਘ, ਸਾਰੇ ਇੱਕਦਮ ਸਰਪ੍ਰਾਈਜ਼ ਹੋਏ। ਭਾਜੀ ਮੈਂ ਜਿਹੜਾ ਤੁਸੀਂ ਕਿਰਦਾਰ ਦੇ ਵਿੱਚ ਐਸੇ ਰਮੇ ਹੋਏ ਹੋ, ਕੋਈ ਮਤਲਬ ਜਦੋਂ ਤੁਸੀਂ ਨਾਂ ਦੱਸਿਆ ਬਾਅਦ ਨੂੰ ਆਪਣਾ ਕਿ ਤੁਸੀਂ ਰਾਮਚੰਦਰ ਸਿੰਘ ਹੋ, ਬਿਲਕੁਲ ਜਦੋਂ ਉਹਨਾਂ ਨੇ ਦਾੜੀ ਹਟਾਈ ਹੈ ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਹਿੰਦੂ ਮਤਲਬ ਹਿੰਦੂ ਧਰਮ ਤੋਂ ਸੰਬੰਧ ਰੱਖਦੇ ਨੇ। ਭਾਜੀ ਕੀ ਕਹਿਣਾ ਚਾਹੋਗੇ? जब हम तैयार करते हैं किसी भी प्रस्तुति हो, किसी कथानक को, तो इस तैयारी हमारी बहुत दिनों की है। ये तकरीबन 2 महीने 3 महीने रिहर्सल करते हैं और फिर इसके पीछे थोड़े से ऑब्जर्वेशन रहता है कि भाई अगर वो भी मुजाहिर है, जो मैं कर रहा था मुजाहिर ही है, और जो जाके सिर्फ जो उसका जो है मकसद है, आप लोग उसको भले मतलब हालांकि पब्लिक कहती है विलेन, लेकिन वो अपने मकसद उसका ये है कि जो उस समय इस नाटक में आपने देखा होगा, जो अराजकता भी हुआ था कि कैसे वो ऑफिसर, कस्टोडियन ऑफिसर और ये सब वहाँ पे भ्रष्टाचार हुआ था, पैसे लेते थे लोग, निकालते थे, और ये भी पैसे, ये सब कैसे कि सच्ची घटना तो आधारित है वाकई इस तरह की। ये घटना सच्ची घटना है। ये एक लाहौर में एक अपने पंजाबी बुढ़िया रह गई थी और वो अंततोगत्वा मरते वक्त भी वो भारत आने के लिए तैयार नहीं हुई। वही उसी पे उसे तो जरा प्यार मिला कुछ। हाँ, तो अब तो ये तो निकला था, क्या नाम है, 1947 के बंटवारे के बाद एक अखबार, प्रताप अखबार दिल्ली से निकलता था, उर्दू अखबार था, उर्दू अखबार। उसमें ये छपा था, ये खबर छपी थी कि ऐसा है, बंटवारे में क्या हुआ वो तो सब जानते ही हैं, जो कि आपने काफिले से देख लिया था, हल्का सा इशारा उसका था। लेकिन बुढ़िया के बारे में निकला था कि एक बुढ़िया रह गई और उसके सारे ख़ानदान सब लोग मारे गए थे, लेकिन उसको यकीन है कि नहीं, हमारे सभी खानदान जिंदा है। बाद में जो पाकिस्तान में जो गए, यहाँ से गए चाहे वहाँ के, उन्हीं को अपना वो बेटा और दादी ਉੱਥੇ ਨਾ ਪਿਆਰ ਮਿਲਿਆ। ਬਿਲਕੁਲ ਅਸਗਰ ਵਜਾਹਤ ਜਿਹੜੇ ਹੈਗੇ ਇਹਦੇ ਰਾਈਟਰ ਹੈਗੇ ਹੈ, ਉਹ ਜਾਮੀਆ ਮਿਲੀਆ ਦਿੱਲੀ ਯੂਨੀਵਰਸਿਟੀ ਵਿੱਚ ਹਿੰਦੀ ਦੇ ਹੈਡ ਆਫ ਦੀ ਡਿਪਾਰਟਮੈਂਟ ਹੈਗੇ ਸੀ। ਉਹਨਾਂ ਨੇ ਇਹ ਨਾਟਕ ਲਿਖਿਆ, ਉਹਨਾਂ ਨੇ ਨਾਟਕ ਲਿਖਿਆ ਔਰ ਇਹ ਸੱਚੀ ਘਟਨਾ ਤੇ ਆਧਾਰਿਤ ਹੈਗਾ। ਬਿਲਕੁਲ ਜੀ। ਰਾਹੁਲ ਯਾਦਵ ਜੀ ਕੋਲ ਆਉਂਦੇ ਹਾਂ, ਜਿਨ੍ਹਾਂ ਨੇ ਦਾਦੀ ਦਾ ਕਿਰਦਾਰ ਇਸ ਤਰ੍ਹਾਂ ਦਾ ਨਿਭਾਇਆ ਹੈ ਕਿ ਸਾਰੇ ਹੀ ਮੰਤਰ ਮੁਗਧ ਹੋ ਗਏ ਨੇ। ਵੇਖੋ ਉਹ ਬਹੁਤ ਜ਼ਿਆਦਾ ਡਿਪੈਂਡ ਕਰਦਾ ਕਿਸੇ ਦੇ ਕਲਾਕਾਰ 'ਤੇ ਕਿ ਉਹ ਆਪਣੇ ਉਸ ਆਪਣੇ ਰੋਲ ਨੂੰ ਕਿਸ ਤਰ੍ਹਾਂ ਪਲੇ ਕਰ ਰਿਹਾ। ਲੋਕਾਂ ਨੂੰ ਮਤਲਬ ਭੁੱਲ ਕੇ ਉਹਨਾਂ ਦੇ ਕਿਰਦਾਰ ਦੇ ਵਿੱਚ ਹੀ ਜਿਹੜੇ ਸਾਰੇ ਆਡੀਅנס ਜਿਹੜੀ ਦੇਖ ਰਹੇ ਸੀ ਉਹਦੇ ਰਮ ਗਈ ਸੀ। ਯਾਦਵ ਜੀ ਬਹੁਤ ਤੁਸੀਂ ਕਿਰਦਾਰ ਦੇ ਵਿੱਚ ਇਸ ਤਰ੍ਹਾਂ ਦਾ ਪਲੇ ਕੀਤਾ
ਮੇਰੇ ਖਿਆਲ ਨਾਲ ਪੂਰੇ ਇਸ ਪਲੇ ਦੇ ਵਿੱਚ ਸਾਰੀ ਨਜ਼ਰ ਤੁਹਾਡੇ ਟੱਕਟੀ ਜਦੋਂ ਤੁਹਾਡਾ ਸੀਨ ਆਉਂਦਾ ਸੀਗਾ ਤਾਂ ਵਾਹ ਕਮਾਲ ਤੁਸੀਂ ਲਾਹੌਰੀ ਮੇਰੇ ਖਿਆਲ ਨਾਲ ਲੈਂਗੁਏਜ ਇਹਦੇ 'ਚ ਵਧੀਆ ਬੋਲੀ ਹੈ ਕੀ ਕਹਿਣਾ ਚਾਹੋਗੇ थैंक यू सो मच। मैंने बहुत कुछ मतलब पढ़ा भी और फिर देखा भी, लेकिन कहते हैं कि गुरु अच्छा मिलता है तो आप सब चीज़ें पार लगा लेते हैं। तो मेरे गुरु रामचंद्र सिंह जी हैं, तो इन्होंने मुझे काफ़ी कुछ सिखाया और काफ़ी कुछ मतलब ये भी बताया ਕਿੰਨੇ कि ਸਮੇਂ ਤੋਂ ਤੁਸੀਂ थिएटर का मैं 2006 से सर के साथ में हूँ। तब हबीब साहब भी थे और उसके बाद हबीब साहब के जाने के बाद भी रामचंद्र जी के डायरेक्शन में मैं काम कर रहा हूँ और उनसे सीख रहा हूँ और सीखते आ रहा हूँ। तो उन्होंने ही हमें मतलब एक विज़न देते हैं कि आप ये भी देखो, ये भी समझो, इस तरह से भी देखो। तो और इनका बिलीव सबसे ज़्यादा इम्पोर्टेंट रहता है हमेशा, क्योंकि अगर गुरु का बिलीव स्टूडेंट पे नहीं रहेगा तो स्टूडेंट कुछ नहीं कर सकता, लेकिन इनका बिलीव हमेशा रहता है, तो इसलिए हम लोग कर जाते हैं। और ਬਿਲਕੁਲ ਮੈਂ ਚਾਹੂੰਗਾ ਕਿ ਲਾਸਟ ਜਿਹੜਾ ਤੁਸੀਂ ਡਾਇਲੌਗ ਬੋਲਿਆ ਸੀ ਉਹ ਬੜੀ ਤਾੜੀਆਂ ਵੱਜੀਆਂ ਸੀ। ਪਲੀਜ਼ ਉਹ ਤਾਂ ਡਾਇਲੌਗ ਤੁਸੀਂ ਬੋਲ ਸਕਦੇ ਹੋ ਜਦੋਂ ਛੱਡ ਕੇ ਤੁਸੀਂ ਜਾ ਰਹੇ ਹੁੰਦੇ ਹੋ ਤੇ ਪਰਿਵਾਰ ਰੋਕਣ ਦਾ ਕਹਿੰਦਾ ਮੈਂ ਨਹੀਂ, ਮੈਂ ਇੱਥੇ ਨੂੰ, ਉਹ ਥੋੜਾ ਜਿਹਾ ਉਸੇ ਅੰਦਾਜ਼ੇ ਥੋੜਾ ਜਿਹਾ ਬੋਲ ਸਕਦੇ ਹੋ। मैं किधरे नहीं जाना पुत्र, मैं किधरे नहीं जाना, मैं जावांगी तो सीधे रब दे कोल जावांगी। हाय मेरे रब्बा मैं की करे लागी से मेनू माफ कर दे मेरे रब्बा, मेनू माफ कर दे मेरे रब्बा। हाय मेरे रब्बा, हाय मेरे रब्बा। ਕੀ ਬਾਤ ਹੈ। ਥੋੜੀ ਜਿਹੀ ਝਲਕ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹਨਾਂ ਨੇ ਕਿਰਦਾਰ ਤੇ ਇਸ ਤਰ੍ਹਾਂ ਦੀ ਜਾਨ ਫੂਕੀ ਹੈ ਕਿ ਸਾਰੀ ਆਡੀਅנס ਜਿਹੜੀ ਉਹ ਟਕਟਕੀ ਲਗਾ ਕੇ ਨੂੰ ਦੇਖਦੀ ਰਹਿ ਗਈ। ਤੇ ਰਾਮਚੰਦਰ ਸਿੰਘ ਕੋਲ ਫਿਰ ਆਉਂਦੇ ਆ, ਤੁਸੀਂ ਆਪਣਾ ਕੋਈ ਡਾਇਲੌਗ ਬੋਲ ਸਕਦੇ ਹੋ ਜਿਹੜਾ ਤੁਸੀਂ ਲੱਗਿਆ ਕਿ ਉਹ ਬੜਾ ਉਹ ਖਤਰਨਾਕ ਡਾਇਲੌਗ ਤੁਹਾਡੇ ਉਹਦੇ ਰਿਹਾ खतरनाक तो- ਉਸੇ ਅੰਦਾਜ਼ ਦੇ ਵਿੱਚ। सबसे खतरनाक जब वो आता है, क्या नाम है, मिर्जा का लड़का चाय की दुकान पे, तब उसको पकड़ता है जो उनको कि वो डायलॉग जो है वो सबसे मुझे खतरनाक, जी, क्योंकि बिल्कुल, फर्स्ट जो है, बाद में तो मिर्जा के साथ तो नहीं, लेकिन वो जावेद के साथ, बेटे के साथ जो है कि साफ साफ सुनो, जब तक बुढ़िया जिंदा है हवेली पर तुम्हारा कब्जा नहीं हो सकता, और बुढ़िया से निपट नहीं सकते। हम ही लोग उसे ठिकाने लगा सकते हैं, लेकिन वो भी अब आसान नहीं है, क्योंकि जो काम पहले मुफ्त हो जाया करता था तो उसके अब पैसे पड़ने लगे हैं। 4000 लगेंगे। अपने अब्बा से कहो 4000 रुपये के लालच में कहीं लाखों की हवेली हाथ से न निकल जाए। जाओ और सुनो, कल सुबह 10 बजे तक हमें जवाब मिल जाना चाहिए। जाओ। तो ये जो है ये डायलॉग जो है ये है वहाँ पे बरमूड में रहते हैं, तो ये ਮੇਨ ਗੱਲ ਮੈਂਸ਼ਨ ਕਰਨਾ ਚਾਹਾਂਗਾ। ਦੇਖੋ ਜਿਹੜਾ ਇਹਨਾਂ ਦਾ ਕਿਰਦਾਰ ਹੈਗਾ ਸੀ ਨਾ, ਡਾਇਲੌਗ ਡਿਲੀਵਰੀ ਦੇ ਨਾਲ ਨਾਲ ਇਹਨਾਂ ਦੇ ਫੇਸ ਐਕਸਪ੍ਰੈਸ਼ਨ ਔਰ ਚੱਲਣ ਦੀ ਸਟਾਈਲ, ਬਿਲਕੁਲ ਜੀ, ਉਹ ਉਹਦੇ ਸਾਰੇ ਉਹ ਤਾਂ ਕਮਾਲ ਸੀ, ਬਾ ਕਮਾਲ। ਹਾਂ, ਮੈਂ ਇਹਨਾਂ ਨੂੰ ਦਾੜੀ ਹਟਾਉਣ ਵਾਸਤੇ ਤਾਂ ਵਾਸਤੇ ਕਿਹਾ, ਮੈਂ ਕਿਹਾ ਕਿ ਜ਼ਿਆਦਾਤਰ ਵਿਸ਼ਵਾਸ ਕਰ ਰਹੇ ਹੋਣਗੇ ਕਿ ਐਕਚੁਅਲੀ ਕੋਈ ਬਾਉਂਡਰ ਹੈ। ਮੈਂ ਵੀ ਸੋਚ ਰਿਹਾ ਜਦੋਂ ਇਹਨਾਂ ਲਾਸਟ ਆਪਣਾ ਨਾਮ ਦੱਸਿਆ ਦਾੜੀ ਹਟਾਈ ਤਾਂ ਪਤਾ ਲੱਗਿਆ ਕਿ ਰੰਗਮੰਚ ਵਿੱਚ ਰਿਹਾ, ਮੈਨੂੰ ਪਤਾ ਹੈਗਾ ਔਰ ਆਈ ਵਾਸ ਕੌਨਫੀਡੈਂਟ ਕਿ ਇਹ ਸਾਰੇ ਦੇ ਸਾਰੇ ਇੱਕ ਵੀ ਮਤਲਬ ਇੱਕ ਦੋ ਹੈਗੇ ਨੇ ਸ਼ਾਇਦ ਬਾਉਂਡਰ, ਲੇਕਿਨ ਐਸਾ ਕੋਈ ਵੀ ਐਸਾ ਕਲਾਕਾਰ ਨਹੀਂ ਹੈ ਔਰ ਸਭ ਨੇ ਬਹੁਤ ਬਖੂਬੀ ਇਹਨੂੰ ਨਿਭਾਇਆ। ਕੀ ਬਾਤ ਹੈ। ਬਹੁਤ ਬਹੁਤ ਧੰਨਵਾਦ ਗਰੋਵਰ ਸਰ ਦਾ, ਜਿਨ੍ਹਾਂ ਨੇ ਇੱਕ ਇੰਨਾ ਵਧੀਆ ਰੰਗਮੰਚ ਇੱਥੇ ਬੜਾ ਇੰਨਾ ਵਧੀਆ ਥੀਏਟਰ ਤੇ ਇੰਨਾ ਵਧੀਆ, ਅਸੀਂ ਤਾਂ ਨਾ ਹੀ ਸੁਣਿਆ ਸੀ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਉਹ ਵਾਕਈ ਜਦੋਂ ਅੱਜ ਅਸੀਂ ਇੱਥੇ ਦੇਖਿਆ ਤੇ ਜਿਹੜੀ ਆਡੀਅנס ਜਿਹੜੇ ਅਸੀਂ ਉਹਨਾਂ ਦੇ ਫੀਲਿੰਗਸ ਉਹਨਾਂ ਦੀ ਲਈ ਹੈ, ਉਹਨਾਂ ਦੇ ਵਿਚਾਰ ਲੈਣ ਤੋਂ ਉਹਨਾਂ ਨੇ ਕਿਹਾ ਵਾਕਈ ਕਮਾਲ ਕਰਤੀ ਹੈ। ਵਾਕਈ ਪੁਰਾਣੇ ਦੌਰ ਦੀ ਯਾਦਾਂ ਜਿਹੜੀਆਂ ਨੇ ਉਹ ਤਾਜ਼ਾ ਕਰਤੀਆਂ ਨੇ। ਸੋ ਜਾਂਦੇ ਜਾਂਦੇ ਗਰੋਵਰ ਸਰ ਕੁਝ ਹੋਰ ਕਹਿਣਾ ਚਾਹੋ ਸਾਡੀ ਆਡੀਅנס? ਬਸ ਮੇਰਾ ਇਹ ਕਹਿਣਾ ਹੈਗਾ ਸਰ कि आजकल एकल परिवार ने लोग बड़े परेशान ने। मेरे को डेली 4-5 केस आते हैं कि सर बच्चा गल नहीं करता, बच्चा मोबाइल में रहिंदा है, घर जाता है कमरे च बंद हो जाता है, बच्चों की कमी नहीं है, असी बच्चों को प्लेटफॉर्म नहीं दे पा रहे, उन्होंने अपॉर्चुनिटीज़ नहीं दे पा रहे। मैं प्रयास कर रहा कि हर स्पोर्ट्स, इंडिविजुअल स्पोर्ट्स, टीम स्पोर्ट्स स्कूलों के अवेलेबल कराया जाए, थिएटर उत्ते काम किया जाए, म्यूजिक उत्ते काम किया जाए, और ਤਾਂ ਹੀ ਬੱਚੇ ਡਾਈਵਰਜ। ਬੱਚਾ ਤਾਂ ਵਿਚਾਰਾ ਕਿਆ ਹੈਗਾ, ਉਹ ਤਾਂ ਕੱਚੀ ਮਿੱਟੀ ਹੈ ਜੀ, ਉਹਨਾਂ ਨੂੰ ਓਪਰਚੁਨਿਟੀ ਤਾਂ ਦਿਓ, ਉਹਨਾਂ ਦੇ ਉੱਤੇ ਟਾਈਮ ਤਾਂ ਇਨਵੈਸਟ ਕਰੋ। ਉਹ ਤਾਂ ਬਹੁਤ ਵੱਡੇ ਵੱਡੇ ਕਲਾਕਾਰ ਇੱਥੋਂ ਦੇ ਨਿਕਲਣਗੇ ਸਰ, ਕੋਈ ਪ੍ਰੋਬਲਮ ਹੀ ਨਹੀਂ ਹੈ। ਤੇ ਮੇਰਾ ਪੈਰੈਂਟਸ ਨੂੰ ਇਹ ਕਹਿਣਾ ਹੈ ਕਿ ਬੱਚਿਆਂ ਨੂੰ ਟਾਈਮ ਦੇਣ ਤੇ ਉਹਨਾਂ ਨੂੰ ਇਸ ਮਸ਼ੀਨੀ ਯੁੱਗ ਤੋਂ ਹਟਾ ਕੇ ਵਾਸਤਵਿਕਤਾ ਵਿੱਚ ਵਾਸਤਵਿਕਤਾ ਵਿੱਚ ਲੈ ਕੇ ਜਾਣ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸੁਰਜੀਤ ਸਿੰਘ ਗਰੋਵਰ ਸਾਹਿਬ ਜੀ, ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਾਡੇ ਇਸ ਤਰਾਈ ਦੇ ਵਿੱਚ। ਪਹਿਲਾਂ ਵੀ ਕਈ ਵਾਰੀ ਰੰਗਮੰਚ ਦੇ ਦੁਆਰਾ ਇਸ ਤਰ੍ਹਾਂ ਦੇ ਪ੍ਰੋਗਰਾਮ ਲਿਆਉਂਦੇ ਨੇ, ਤੇ ਅੱਜ ਜਿਹੜਾ ਇਹਨਾਂ ਨੇ ਪ੍ਰੋਗਰਾਮ ਲੈ ਕੇ ਆਏ ਨੇ, ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ, ਵਾਕਈ ਕਮਾਲ ਕਰਤੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਸ ਤਰ੍ਹਾਂ ਦੀ ਕੋਈ ਵੀ ਐਕਟੀਵਿਟੀ ਸਾਡੀ ਤਰਾਈ ਦੇ ਵਿੱਚ ਹੋਏਗੀ, ਤੁਹਾਡੇ ਕੋਲ ਲਿਆਉਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਜੁੜੇ ਰਹੋ ਸਿੱਖ ਸੰਗਤ ਨਿਊਜ਼ ਨਾਲ। ਧੰਨਵਾਦ ਜੀ।